ਜਲੰਧਰ ਬਾਈ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਅਖਾੜਾ ਜਿਹੜਾ ਕਿ ਉਹ ਭਖਦਾ ਹੋਇਆ ਵਿਖਾਈ ਦੇ ਰਿਹਾ ਹੈ ਔਰ ਜਿੱਥੋਂ ਕਿ ਗੱਲ ਕਰੀਏ ਜਿਹੜੇ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਇਸ ਅਖਾੜੇ ਵਿੱਚ ਕੁੱਦੀਆਂ ਹੋਈਆਂ ਨੇ ਤੇ ਬੀਜੇਪੀ ਦੇ ਜਿਹੜੇ ਕਿ ਪੰਜਾਬ ਦੇ ਸਪੋਕਸਪਰਸਨ ਨੇ ਸਾਡੇ ਨਾਲ ਮੌਜੂਦ ਨੇ। ਸੁਰਿੰਦਰ ਕੰਵਲ ਨਾਮ ਹੈ, ਨਾਲ ਇੰਚਾਰਜ ਵੀ ਨੇ ਮੀਡੀਆ ਦੇ। ਤਾਂ ਗੱਲਬਾਤ ਕਰ ਲੈਂਦੇ ਹਾਂ। ਮੈਮ, ਕਿਸ ਤਰ੍ਹਾਂ ਦਾ ਮਾਹੌਲ ਔਰ ਮੀਡੀਆ ਦੀ ਕਾਫੀ ਜ਼ਿਆਦਾ ਭੂਮਿਕਾ ਰਹਿੰਦੀ ਹੈ, ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ? देखो ਕੰਮ ਤਾਂ ਕੰਮ ਹੈ ਨਾ, ਡਿਊਟੀ ਹੈ। ਔਰ ਹੁਣ ਅਸੀਂ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਬੈਠੇ ਹੋਏ ਹਾਂ ਔਰ ਲੋਕਾਂ ਦੀ ਸੁਹਿਰਦਤਾ ਦੇ ਨਾਲ, ਲੋਕਾਂ ਦੇ ਭਵਿੱਖ ਦੀਆਂ ਗੱਲਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ। ਇਸ ਕਰਕੇ ਜਲੰਧਰ ਦੀ ਜ਼ਮੀਨ ਦੇ ਉੱਤੇ ਅੱਜ ਸਾਰੇ ਜਿਹੜੇ ਨੇ ਉਹ ਬੈਠੇ ਹੋਏ ਨੇ ਤਾਂ ਕਿ ਲੋਕਾਂ ਤੱਕ ਪਹੁੰਚਿਆ ਜਾ ਸਕੇ। ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਲੈ ਕੇ ਅਸੀਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇੱਥੇ ਝੂਠ ਦਾ ਬਹੁਤ ਜ਼ਿਆਦਾ ਬੋਲਬਾਲਾ ਵਾ। ਇਸ ਕਰਕੇ ਸਾਨੂੰ ਜ਼ਮੀਨ ਤੇ ਉਤਰਨਾ ਹੀ ਪੈਣਾ। ਮੀਡੀਆ ਬੜਾ ਵਧੀਆ ਜ਼ਰੀਆ ਹੈਗਾ ਲੋਕਾਂ ਤੱਕ ਪਹੁੰਚ ਕਰਨ ਦਾ, ਤੇ ਉਹਨੂੰ ਕਿਸ ਤਰ੍ਹਾਂ ਤੁਸੀਂ ਯੂਟਿਲਾਈਜ਼ ਕਰ ਰਹੇ ਹੋ? ਦੇਖੋ, ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਔਰ ਇਹਦੀ ਅਸੀਂ ਹਮੇਸ਼ਾ ਤੋਂ ਰਿਸਪੈਕਟ ਕਰਦੇ ਆਏ ਹਾਂ ਔਰ ਰਿਸਪੈਕਟ ਹੈ ਸਾਨੂੰ। ਔਰ ਅਸੀਂ ਚਾਹੁੰਦੇ ਹਾਂ ਕਿ ਮੀਡੀਆ ਜਿਹੜਾ ਵਾ ਉਹ ਸਹੀ ਗੱਲ ਲੋਕਾਂ ਤੱਕ ਪਹੁੰਚਾਵੇ ਕਿਉਂਕਿ ਮੀਡੀਆ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਲੋਕਤੰਤਰ ਨੂੰ ਸੰਭਾਲ ਕੇ ਰੱਖਣ ਦੇ ਲਈ। ਤਾਂ ਮੇਰੀ ਪੁਰਜ਼ੋਰ ਕੋਸ਼ਿਸ਼ ਹੈ ਤੁਹਾਡੇ ਸਾਰਿਆਂ ਦੇ ਥਰੂ ਕਿ ਜਿੰਨਾ ਵੀ ਕੰਮ ਮੋਦੀ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਹਿੱਤਾਂ ਲਈ, ਕਿਉਂਕਿ ਅੰਤ ਉਹਦੇ ਜਿਹੜਾ ਵਾ ਮੋਦੀ ਸਰਕਾਰ ਦਾ ਇੱਕ ਬਹੁਤ ਵੱਡਾ ਸੰਕਲਪ ਆ, ਇੱਕ ਸਿਧਾਂਤ ਆ ਕਿ ਅਖੀਰਲੇ ਤੱਕ ਜਿਹੜਾ ਵਿਅਕਤੀ ਖਲੋਤਾ ਹੋਇਆ ਵਾ ਉਸ ਤੱਕ ਜਿਹੜੀ ਆ ਉਹ ਸਾਰੀਆਂ ਦੀਆਂ ਸਾਰੀਆਂ ਸਕੀਮਾਂ ਦਾ ਲਾਭ ਪਹੁੰਚੇ। ਤਾਂ ਉਸ ਚੀਜ਼ ਨੂੰ ਹੀ ਲੈ ਕੇ ਅਸੀਂ ਜ਼ਮੀਨ ਤੇ ਉਤਰੇ ਹੋਏ ਹਾਂ। ਕਾਫੀ ਸਾਰੀ ਸਕੀਮਾਂ ਜਿਹੜੀਆਂ ਕਿ ਸੈਂਟਰ ਵੱਲੋਂ ਚਲਾਈ ਜਾਂਦੀਆਂ, ਪਰ ਦੇਖਣ 'ਚ ਇਹ ਆਉਂਦਾ ਵੀ ਸਟੇਟਾਂ ਵਿੱਚ ਉਹ ਸਕੀਮਾਂ ਜਿਹੜੀਆਂ ਕਿ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀਆਂ, ਕਿੱਥੇ ਕਮੀ ਮਹਿਸੂਸ ਕਰਦੇ ਹੋ? ਦੇਖੋ, ਜਦੋਂ ਆ ਜਾਂਦਾ ਨਾ ਬਿਊਰੋਕਰੇਟ ਦੇ ਤੱਕ ਅਸੀਂ ਆ ਜਾਂਦੇ ਹਾਂ ਤਾਂ ਕਿਉਂਕਿ ਨੀਤੀਆਂ ਜਿਹੜੀਆਂ ਨੇ ਮਨਸ਼ਾ ਹੁੰਦੀ ਆ, ਪਾਰਟੀਆਂ ਦੀ ਵਿਚਾਰਧਾਰਾਵਾਂ ਹੁੰਦੀਆਂ ਨੇ ਕਿ ਉਹ ਆਪਣੇ ਲੋਕਾਂ ਦੇ ਲਈ ਕਿਸ ਤਰ੍ਹਾਂ ਸੋਚਦੇ ਨੇ। ਤਾਂ ਬੀਜੇਪੀ ਦੀ ਜਿਹੜੀ ਵਿਚਾਰਧਾਰਾ ਵਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਅੰਤ ਉਹਦੇ ਮਤਲਬ ਅਖੀਰਲਾ ਬੰਦਾ ਜਿਹੜਾ ਖਲੋਤਾ ਹੈ। ਦੂਸਰਾ ਕਿ ਸਾਡੇ ਲਈ ਦੇਸ਼ ਸਭ ਤੋਂ ਪਹਿਲਾਂ ਵਾ। ਇਸ ਕਰਕੇ ਦੇਸ਼ ਕਿਹਨਾਂ ਦੇ ਸਿਰ ਦੇ ਉੱਤੇ ਆ? ਦੇਸ਼ ਉਹਨਾਂ ਲੋਕਾਂ ਦੇ ਸਿਰ ਦੇ ਉੱਤੇ ਆ ਜਿਹੜੇ ਮਜ਼ਦੂਰ ਲੋਕ ਨੇ, ਜਿਹੜੇ ਰੋਜ਼ ਸਾਨੂੰ ਟੈਕਸਿਸ ਦਿੰਦੇ ਨੇ, ਜਿਹੜੇ ਦੇ ਨਾਲ ਖਜ਼ਾਨਾ ਭਰਦਾ ਹੈ। ਤਾਂ ਉਹਨਾਂ ਲੋਕਾਂ ਤੱਕ ਜਿਹੜੀ ਆ ਹਰ ਇੱਕ ਨੀਤੀ ਪਹੁੰਚਾਉਣ ਦੇ ਲਈ ਇੱਕ ਸਮੇਂ ਕਾਂਗਰਸ ਤੋਂ ਰਾਜੀਵ ਗਾਂधी ਕਹਿੰਦੇ ਸੀ ਕਿ ऊपर से 1 रुपया आता है और पता नहीं नीचे जाते जाते ऊपर से 100 रुपया आता है, नीचे जाते जाते 1 रुपया रह जाता है। लेकिन साडी मोदी गवर्नमेंट का ये संकल्प है कि जेकर उपरों किसी भी मान लो साडी पेंशन स्कीम है, अगर उपरों 1500 रुपया चलती पई आ तो अखीरला जिहड़ा ओहदा बैंक अकाउंट है एक वोटर का उहदे तक 1500 ही पहुँचता वा, किते कोई कटौती नहीं है। तो ये हासिल है एक अच्छे लोकतंत्र का। ਬਿੰਗ ਵੂਮਨ ਕਾਫੀ ਸਾਰੇ ਵਾਅਦੇ ਜਿਹੜੇ ਕਿ ਇੱਥੇ ਆਮ ਆਦਮੀ ਪਾਰਟੀ ਨੇ ਕੀਤੇ ਸੀ ਤੇ ਵੱਡਾ ਮੈਂਡੇਟ ਮਿਲਿਆ ਸੀਗਾ। ਇੱਕ ਵੱਡਾ ਵਾਅਦਾ ਕੀਤਾ ਸੀਗਾ 1000 ਰੁਪਇਆ ਜਿਹੜਾ ਕਿ ਪਰ ਮੰਥ ਜਿਹੜਾ ਕਿ ਮਿਲੇਗਾ, ਉਸ ਦੇ ਬਾਰੇ ਕੀ? ਦੇਖੋ, ਵੱਡਾ ਮੈਂਡੇਟ ਅਗਰ ਝੂਠ ਦੇ ਸਹਾਰੇ ਤੇ ਤੁਸੀਂ ਲੈਂਦੇ ਹੋ ਤਾਂ ਮੈਂ ਸੋਚਦੀ ਹਾਂ ਕਿ ਉੱਥੇ ਤੁਸੀਂ ਲੋਕਾਂ ਨੂੰ ਮਿਸਗਾਈਡ ਕਰ ਰਹੇ ਹੋ ਤੇ ਤੁਸੀਂ ਲੋਕਤੰਤਰ ਦਾ ਤਮਾਸ਼ਾ ਬਣਾ ਰਹੇ ਹੋ। ਸਭ ਤੋਂ ਪਹਿਲੀ ਗੱਲ ਤਾਂ ਇਹ, ਵੱਡਾ ਮੈਂਡੇਟ ਮਿਲ ਜਾਣਾ ਕੋਈ ਵੱਡੀ ਗੱਲ ਨਹੀਂ ਆ, ਲੇਕਿਨ ਤੁਸੀਂ ਲੋਕਾਂ ਦੇ ਨਾਲ ਸੁਹਿਰਦਤਾ ਦੇ ਨਾਲ ਉਹਨਾਂ ਦੇ ਨਾਲ ਤੁਸੀਂ ਜਿਹੜੀ ਉਹਨਾਂ ਦੀ ਇੱਜ਼ਤ ਰੱਖ ਕੇ ਜਾਂ ਉਹਨਾਂ ਨੂੰ ਕਹਿ ਲਈਏ ਕਿ ਤੁਸੀਂ ਆਪਣੇ ਵਾਅਦਿਆਂ ਦੇ ਉੱਤੇ ਕਿਤਨਾ ਕੁ ਖਰਾ ਉਤਰਦੇ ਹੋ, ਉਹਨਾਂ ਦੇ ਵਿੱਚ ਆਉਂਦਾ ਵਾ। ਝੂਠ ਨੂੰ ਤੁਸੀਂ ਅਗਰ ਔਰਤਾਂ ਨੂੰ ਕਹਿੰਦੇ ਜੇ ਕਿ ਔਰਤਾਂ ਨੂੰ ਭਰਮਾਉਂਦੇ ਜੇ, ਬੇਸਿਕਲੀ ਇਹਨਾਂ ਨੇ ਔਰਤਾਂ ਦੀ ਮਾਨਸਿਕਤਾ ਤੇ ਸੱਟ ਮਾਰੀ ਔਰ ਇਹਨਾਂ ਨੇ ਐਡਾ ਵੱਡਾ ਝੂਠ ਬੋਲਿਆ ਜਿਹੜਾ ਕਿ ਅੱਜ ਔਰਤਾਂ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਹੋ ਰਹੀ ਕਿਸੇ ਵੀ ਤਰੀਕੇ ਨਾਲ, ਕਿਉਂਕਿ ਆਲਰੇਡੀ ਪੰਜਾਬ ਦੇ ਉੱਤੇ ਕਿੰਨੇ ਲੱਖ ਕਰੋੜ ਰੁਪਏ ਦਾ ਜਿਹੜਾ ਵਾ ਉਹ ਕਰਜ਼ਾ ਚੁੱਕਿਆ ਹੈ ਔਰ ਹੁਣ ਉਹ ਕਰਜ਼ੇ ਦੀ ਜਿਹੜੀ ਰਕਮ ਆ ਉਹ ਡਬਲ ਤੋਂ ਟ੍ਰਿਪਲ ਹੋ ਰਹੀ ਆ। ਦੂਸਰੇ ਪਾਸੇ ਦੇਖੋ, ਖਜ਼ਾਨੇ ਨੂੰ ਖੋਰਾ ਲਾਉਣ ਦੇ ਲਈ ਆਪਾਂ ਬਿਜਲੀ ਮੁਫਤ ਦੇ ਦਿੱਤੀ, ਅਸੀਂ ਕਿੰਨਾ ਕੁਛ ਮੁਫਤ ਦੇ ਰਹੇ ਹਾਂ। ਤੋ ਦਿਸ ਇਜ਼ ਇਨ ਮੈਨੇਜ ਆਫ ਇਕਨੋਮਿਕਲ, ਤਾਂ ਅਸੀਂ ਸਿਸਟਮ ਨੂੰ ਇਕਨੋਮਿਕਲ ਕ੍ਰਾਈਸਿਸ ਦੇ ਵਿੱਚ ਹੋਰ ਧੱਕਣ ਦੀ ਕੋਸ਼ਿਸ਼ ਕਰਦੇ ਪਏ ਹਾਂ। ਅੱਜ ਔਰਤਾਂ ਠੱਗੀਆਂ ਮਹਿਸੂਸ ਕਰਦੀਆਂ ਪਈਆਂ ਨੇ। ਤੁਸੀਂ ਦੇਖੋ, ਜਿਹੜੇ ਪੰਜਾਬ ਦੇ ਲੋਕ ਨੇ ਉਹ ਅਣਖੀ ਲੋਕ ਨੇ, ਆਪਣੇ ਸਿਰੜ ਦੇ ਨਾਲ ਜੀਉਣ ਵਾਲੇ ਲੋਕ ਨੇ, ਆਪਣੇ ਆਤਮ ਸਨਮਾਨ ਦੇ ਨਾਲ ਜੀਉਣ ਵਾਲੇ ਲੋਕ ਨੇ। ਕਿ ਅਗਰ ਹਰ ਇੱਕ ਚੀਜ਼ ਤੁਸੀਂ ਉਹਨਾਂ ਨੂੰ ਇੱਕ ਭਿਖਾਰੀ ਦੀ ਤਰ੍ਹਾਂ ਦੇ ਦਿੰਦੇ ਜੇ ਉਹਨਾਂ ਨੂੰ ਕਿ ਆ ਵੀ ਤੁਹਾਨੂੰ ਫ੍ਰੀ ਦਿੱਤਾ, ਆ ਵੀ ਤੁਹਾਨੂੰ ਫ੍ਰੀ ਦਿੱਤਾ, ਇਹਦੇ ਨਾਲ ਇੱਕ ਤਾਂ ਤੁਸੀਂ ਸਰਕਾਰਾਂ ਨੂੰ ਖਰਾਬ ਕਰਨ ਦੇ ਜੇ, ਇੱਕ ਤੁਸੀਂ ਖਜ਼ਾਨੇ ਦਾ ਨੁਕਸਾਨ ਕਰਨ ਦੇ ਜੇ, ਇੱਕ ਲੋਕਾਂ ਦੇ ਆਤਮ ਸਨਮਾਨ ਤੇ ਵੀ ਸੱਟ ਵੱਜ ਰਹੀ ਹੈ। ਕਿਉਂ ਤੁਸੀਂ ਫ੍ਰੀ ਦਾ ਖਾਓ? ਕਿ ਅਸੀਂ ਚੀਜ਼ ਨੂੰ ਯੂਟਿਲਾਈਜ਼ ਕਰਕੇ ਉਹਨੂੰ ਵਾਪਸ ਪੈਸਾ ਨਹੀਂ ਕੁਛ ਦੇਣਾ ਚਾਹੀਦਾ? ਥੋੜ੍ਹਾ ਲੈ ਲਓ, ਪਰ ਲੇਕਿਨ ਘੱਟੋ ਘੱਟ ਇਸ ਤਰ੍ਹਾਂ ਖਜ਼ਾਨੇ ਤੇ ਬੋਝ ਨਾ ਪਾਓ ਕਿ ਆਪਣੀਆਂ ਤੁਸੀਂ ਤਨਖਾਹਾਂ ਵਧਾਈ ਜਾਓ ਔਰ ਤੁਸੀਂ ਖਜ਼ਾਨੇ ਤੇ ਬੋਝ ਪਾਈ ਜਾਓ ਔਰ ਤੁਸੀਂ ਕਰਜ਼ੇ ਦੀ ਜਿਹੜੀ ਰਕਮ ਆ। ਇਸ ਤਰ੍ਹਾਂ ਦੇਖੋ, ਆਪਾਂ ਘਰਾਂ 'ਚ ਰਹਿੰਦੇ ਹਾਂ ਨਾ, ਸਾਡਾ ਫਾਦਰ, ਅਸੀਂ ਕਹਿੰਦੇ ਹਾਂ, ਇੱਕ ਕਹਾਵਤ ਹੈ ਕਿ ਓਨੇ ਹੀ ਪੈਰ ਪਸਾਰੋ ਜਿੰਨੀ ਚਾਦਰ ਹੈ। ਪਰ ਇਹ ਹੁਣ ਪਤਾ ਹੈ ਨਾ ਕਿ ਮੇਰਾ ਹਿੰਦੁਸਤਾਨ ਜੇ ਤੁਹਾਡਾ ਹੋਊਗਾ ਉਦੋਂ ਤੁਹਾਨੂੰ ਪਤਾ ਲੱਗੂਗਾ। ਅੱਜ ਤੁਸੀਂ ਪੰਜਾਬ ਦੇ ਸਿਰ ਦੇ ਉੱਤੇ ਕਰਜ਼ਾ ਚੜਾਈ ਜਾਂਦੇ ਹੋ, ਕੱਲ੍ਹ ਨੂੰ ਤੁਸੀਂ ਕਰਜ਼ੇ ਦੇ ਵਿੱਚ ਗੜੂਚੀ ਸਰਕਾਰ, ਪਿਛਲੀਆਂ ਸਰਕਾਰਾਂ ਵੀ ਕਹਿੰਦੀਆਂ ਸੀ ਕਰਜ਼ਾ ਸਾਡੇ ਪੀਪੇ ਖਾਲੀ।
ਹੈ ਨਾ। ਤਾਂ ਹੁਣ ਉਹੀ ਕਰਜ਼ਾ ਫਿਰ ਡਬਲ ਤੋਂ ਟ੍ਰਿਪਲ ਹੁੰਦਾ ਜਾ ਰਿਹਾ। ਤਾਂ ਸਾਨੂੰ ਸੋਚਣ ਦੀ ਲੋੜ ਹੈ ਕਿਤੇ ਨਾ ਕਿਤੇ। ਭਾਜਪਾ ਦੀ ਨੀਤੀ ਵਧੀਆ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਵੀ ਲਾਗੂ ਹੋਈਆਂ। ਭਾਜਪਾ ਨੇ ਵੀ ਬਹੁਤ ਸਾਰੇ ਵਾਅਦੇ ਕੀਤੇ ਸੀ। ਕਰੋੜਾਂ ਦੀ ਗਿਣਤੀ ਵਿੱਚ ਕਹਿੰਦੇ ਸੀ ਰੋਜ਼ਗਾਰ ਦੇਵਾਂਗੇ ਹਰ ਸਾਲ ਨੌਜਵਾਨਾਂ ਨੂੰ, ਪਰ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲੇ। ਦੂਜੇ ਪਾਸੇ ਜਿਹੜੀ ਕਿ ਮਹਿੰਗਾਈ ਬਹੁਤ ਜ਼ਿਆਦਾ ਚਰਮ ਤੇ ਪਹੁੰਚ ਚੁੱਕੀ ਹੈ। ਹੋਰ ਵੀ ਕਈ ਐਸੇ ਵਾਅਦੇ ਸੀਗੇ ਜਿਹੜੇ ਕਿ ਉਹ ਵਫਾ ਨਹੀਂ ਹੋਏ। 15 ਲੱਖ ਰੁਪਇਆ ਹਰ ਜਿਹੜਾ ਕਿ ਖਾਤੇ ਵਿੱਚ ਜਾਊਗਾ, ਉਹਦੇ ਬਾਰੇ ਕੀ? ਦੇਖੋ, ਜਿਹੜੀ ਪਿਛਲੇ ਸਮੇਂ ਮੰਦੀ ਦੀ ਮਾਰ ਕਰੋਨਾ ਦੇ ਕਰਕੇ ਪੂਰੇ ਵਿਸ਼ਵ 'ਚ ਵਾਪਰੀ, ਔਰ ਉਸ ਮੰਦੀ ਦੀ ਮਾਰ ਦੇ ਵਿੱਚੋਂ ਭਾਰਤ ਕਿਸ ਤਰ੍ਹਾਂ ਸਜਗ ਹੋ ਕੇ ਨਿਕਲਿਆ, ਇਸ ਚੀਜ਼ ਨੂੰ ਸਾਨੂੰ ਸਮਝਣ ਦੀ ਲੋੜ ਆ। ਜਿਤਨੀ ਵੀ ਇਕਨੋਮਿਕਲ ਕ੍ਰਾਈਸਿਸ ਦੇ ਵਿੱਚੋਂ, ਇਸ ਮੰਦੀ ਦੀ ਦੌੜ ਦੇ ਵਿੱਚੋਂ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਦੇਸ਼ ਨੇ, ਤੁਸੀਂ ਉਹਨਾਂ ਦੇ ਹਾਲਾਤ ਦੇਖੋ ਕਿ ਚਾਈਨਾ ਨੇ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਉਧਾਰ 'ਚ ਫਸਾ ਲਿਆ ਤੇ ਕਿਸ ਤਰ੍ਹਾਂ ਅੱਜ ਉਹਨਾਂ ਦੀ ਸੰਗੀ ਕੁੱਟਦੇ ਪਏ ਨੇ। ਤੁਸੀਂ ਦੇਖੋ ਪਾਕਿਸਤਾਨ ਦਾ ਕੀ ਹਾਲ ਬਣਿਆ, ਤੁਸੀਂ ਦੇਖੋ ਸ਼੍ਰੀਲੰਕਾ ਦੇ ਵਿੱਚ ਤਖਤਾ ਪਲਟੀ ਹੋ ਗਿਆ, ਇਜ਼ਰਾਈਲ ਦੇ ਵਿੱਚ ਤਖਤਾ ਪਲਟੀ ਹੋ ਗਿਆ, ਪਾਕਿਸਤਾਨ ਇਕਨੋਮਿਕਲ ਕ੍ਰਾਈਸਿਸ ਦੇ ਵਿੱਚ ਚਲਾ ਗਿਆ। ਇਹ ਉਹ ਸਾਡੇ ਅਖੰਡ ਭਾਰਤ ਦਾ ਹਿੱਸਾ ਸੀਗੇ ਜਿਨ੍ਹਾਂ ਨੇ ਸਮੇਂ ਅਨੁਸਾਰ ਸਹੀ ਨੀਤੀਆਂ ਨਹੀਂ ਅਪਣਾਈਆਂ, ਤੇ ਅੱਜ ਉਹਨਾਂ ਦੇ ਰਾਸ਼ਟਰਪਤੀ ਭਵਨਾਂ ਦੇ ਵਿੱਚ ਵੀ ਲੋਕ ਦਾਖਲ ਹੋ ਕੇ ਉਹਨਾਂ ਦਾ ਕੀ ਹਾਲ ਕੀਤਾ ਉਹਨਾਂ ਨੇ। ਲੇਕਿਨ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਮੋਦੀ ਸਰਕਾਰ ਦੀਆਂ ਦੂਰਅੰਦੇਸ਼ ਨੀਤੀਆਂ ਦੀ ਗੱਲ ਕਰਦੇ ਹਾਂ, ਤਾਂ ਕਰੋਨਾ ਦੇ ਦੌਰਾਨ ਵੀ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਿਆ। ਕਰੋਨਾ ਮੁੱਕੇ ਨੂੰ ਕਿੰਨੀ ਦੇਰ ਹੋ ਗਈ ਆ, ਅਜੇ ਵੀ ਉਹਨਾਂ ਦੀ ਇਕਨੋਮਿਕਲ ਸਥਿਤੀ ਨੂੰ ਮੇਨਟੇਨ ਕਰਨ ਦੇ ਲਈ ਮੋਦੀ ਗਵਰਨਮੈਂਟ ਉਹਨਾਂ ਦੇ ਘਰਾਂ ਦੇ ਵਿੱਚ 2 ਰੁਪਏ ਵਾਲਾ ਰਾਸ਼ਨ ਤੇ ਫ੍ਰੀ ਰਾਸ਼ਨ ਅਜੇ ਵੀ ਭੇਜਦੀ ਪਈ ਆ ਕਿ ਜੇ ਮੇਰਾ ਵੀਰ ਕੋਈ ਕਿਸੇ ਨੂੰ ਕੰਮ ਨਹੀਂ ਮਿਲਿਆ, ਕਿਸੇ ਦੀ ਕੋਈ ਸਮੱਸਿਆ ਰਹਿ ਗਈ, ਕੋਈ ਬੀਬੀ ਦਾ ਹਸਬੈਂਡ ਨਹੀਂ ਆ, ਕਿਸੇ ਦੇ ਬੱਚੇ ਨੇ, ਤਾਂ ਉਹ ਅੱਜ ਵੀ, ਹਾਲਾਂਕਿ ਸਾਲ ਤੋਂ ਉੱਪਰ ਟੱਪ ਗਿਆ, ਅੱਜ ਵੀ ਉਹਨਾਂ ਦੀ ਇਕਨੋਮਿਕਲ ਸਥਿਤੀ ਨੂੰ ਸੰਭਾਲਣ ਦੇ ਵਾਸਤੇ ਉਹਨਾਂ ਤੱਕ ਕੋਸ਼ਿਸ਼ ਹੋ ਰਹੀ ਆ ਕਿ ਕਣਕ ਪੁੱਜਦਾ ਕੀਤਾ ਜਾਵੇ। ਅਗਲੀ ਗੱਲ, ਇਕਨੋਮਿਕਲ ਕ੍ਰਾਈਸਿਸ ਸਾਰੇ ਵਿਸ਼ਵ ਦੇ ਵਿੱਚ ਵਾਪਰਿਆ। ਅੱਜ ਜੇਕਰ ਮੰਨ ਲਓ, ਮੈਂ ਸੋਚਦੀ ਹਾਂ ਕਿ ਜੇਕਰ ਥੋੜੇ ਜਿਹੇ ਪੈਸੇ ਗੈਸ ਦੇ ਵਾਧੇ ਨੇ, ਥੋੜੀ ਜਿਹੀ ਮਹਿੰਗਾਈ ਵਧੀ, ਤਾਂ ਜੇਕਰ ਪਿਛਲੇ ਸਮੇਂ ਥੋੜੀ ਦੀ ਗੱਲ ਕਰਦੇ ਤੁਸੀਂ 450 ਦਾ ਸਿਲੰਡਰ ਜਿਹੜਾ ਸੀ 1200 ਦਾ ਹੋ ਗਿਆ। ਕਾਂਗਰਸ ਨੇ ਆਖਿਆ ਜੇ ਦੁਬਾਰਾ ਮੁੜ ਤੋਂ ਕਾਂਗਰਸ ਦੀ ਸਰਕਾਰ ਸੈਂਟਰ 'ਚ ਵਧੀ ਤਾਂ 500 ਦਾ ਸਿਲੰਡਰ ਦਾ। ਦੇਖੋ, ਜਿਹੜੀਆਂ ਕਾਂਗਰਸ ਦੀਆਂ ਨੀਤੀਆਂ ਨੇ 70 ਸਾਲ ਹੋ ਗਏ ਨੇ। ਅੱਜ ਤੁਹਾਡੇ ਜਿਹੜੇ ਤੁਸੀਂ ਦੇਖੋ ਜਿਹੜੀਆਂ ਸੜਕਾਂ ਸੀਗੀਆਂ ਹੈ ਨਾ, ਉਹੀ 2 ਮਾਰਗੀ ਸੜਕਾਂ ਸੀਗੀਆਂ। ਅੱਜ ਤੁਸੀਂ ਸੜਕਾਂ ਦਾ ਜਾਲ ਵੇਖੋ ਕਿੰਨਾ ਵੱਡਾ ਵਿਛ ਚੁੱਕਾ ਵਾ। ਔਰ ਉਸ ਸੜਕਾਂ ਦੇ ਜਾਲ ਦੇ ਉੱਤੇ ਜਦੋਂ ਅਸੀਂ ਆਪਣੀ ਵਪਾਰਕ ਸਥਿਤੀ ਨੂੰ ਦੇਖਦੇ ਹਾਂ, ਤੁਸੀਂ ਦੇਖੋ ਜਦੋਂ ਜਮਨਾ ਕਟਰਾ ਲਾਈਨ ਬਣਦੀ ਆ, ਤੁਸੀਂ ਦੇਖੋ ਜਦੋਂ ਚਾਈਨਾ ਵਾਲੀ ਸਾਈਡ ਦੀ ਲਾਈਨ ਨਿਕਲਦੀ ਆ, ਹੋਰ ਸਾਡੇ ਬਹੁਤ ਸਾਰੇ ਇਸ ਤਰ੍ਹਾਂ ਦੇ 8 ਮਾਰਗੀ ਸੜਕਾਂ ਬਣ ਰਹੀਆਂ ਨੇ, 12 ਮਾਰਗੀ ਸੜਕਾਂ ਬਣਦੀਆਂ ਪਈਆਂ ਨੇ। ਇੱਦਾਂ ਲੱਗਦਾ ਹੈ ਕਿ ਅਸੀਂ ਭਾਰਤ ਦੇ ਨਹੀਂ, ਕਿਸੇ ਬਾਹਰਲੇ ਵੱਡੇ ਡਿਵੈਲਪਡ ਕੰਟਰੀ ਦੇ ਕਿਸੇ ਦੇਸ਼ ਦੇ ਵਿੱਚ ਚਲੇ ਗਏ ਆ। ਤਾਂ ਇਹ ਟੋਲ ਦੇਣਾ ਪੈਂਦਾ ਪਿਆ ਲੋਕਾਂ ਨੂੰ, ਭਾਰੀ ਭਰਕਮ ਜੇਬ ਤੇ ਬੋਝ ਪੈਂਦਾ ਜਿਹੜਾ ਲੋਕਾਂ ਦੇ, ਉਸ ਦੇ ਬਾਰੇ ਕੋਈ ਸੋਚਦਾ ਨਹੀਂਗਾ। ਕਿਉਂਕਿ ਭਗਵੰਤ ਮਾਨ ਸਰਕਾਰ ਦੀ ਗੱਲ ਕਰੀ ਤਾਂ 8 ਟੋਲ ਜਿਹੜੇ ਬੰਦ ਕਰਤੇ, ਜਿਹੜੇ ਸਮਾਂ ਪੁੱਗ ਚੁੱਕੇ ਸੀ। ਦੇਖੋ, ਜਿਹੜੇ 8 ਟੋਲ ਸਮਾਂ ਪੁੱਗ ਚੁੱਕੇ, ਤੁਸੀਂ ਆਪ ਹੀ ਕਹਿ ਰਹੇ ਸਮਾਂ ਪੁੱਗ ਚੁੱਕੇ, ਲੇਕਿਨ ਉਹਨਾਂ ਦੇ ਉੱਤੇ ਸਰਕਾਰ ਨੇ ਹੁਣ ਤਾਂ ਨਹੀਂ ਪੁੱਗਿਆ, ਸਮਾਂ ਪਹਿਲੇ ਪੁੱਗਿਆ ਸੀਗਾ, ਪਰ ਕਿਸੇ ਸਰਕਾਰ ਨੇ ਪੁੱਗਿਆ ਨਹੀਂ। ਇਹ ਤੁਸੀਂ ਪੁਰਾਣੀਆਂ ਸਰਕਾਰਾਂ ਤੋਂ ਪੁੱਛੋ ਜਿਨ੍ਹਾਂ ਨੇ ਦੇਖੋ, ਮੈਂ ਤਾਂ ਅੱਗੇ ਵੀ ਕਹਿ ਰਹੀ ਸੀਗੀ, ਦੇਖੋ ਨਾ ਟੋਲ ਕਿੰਨਾ ਲਗਾਇਆ ਹੋਇਆ, ਸੈਂਟਰ ਸਰਕਾਰ ਨੇ ਕਿੰਨਾ ਟੋਲ ਲਗਾਇਆ ਹੋਇਆ। ਹਰ ਚੀਜ਼ ਗੱਡੀ ਦਾ ਹਰ ਟੈਕਸ ਦਿੰਦੇ ਆ ਲੋਕ, ਪਰ ਫਿਰ ਵੀ ਟੋਲ ਤੇ ਜੇਬਾਂ ਜਿਹੜੀਆਂ ਕਿ ਉਹਨਾਂ ਦੀ ਖਾਲੀ ਹੋ ਰਹੀਆਂ। ਜੀ ਬਿਲਕੁਲ, ਜਿਹੜੇ ਟੋਲ ਦੇ ਰਿਗਾਰਡਿੰਗ ਹੈ ਨਾ, ਉਹਦੇ ਲਈ ਨੀਤੀਆਂ ਦੇ ਉੱਤੇ ਗੱਲਬਾਤ ਵੀ ਹੋ ਰਹੀ ਆ, ਔਰ ਉਹਨਾਂ ਨੂੰ ਦੁਬਾਰਾ ਤੋਂ ਜਿਹੜਾ ਵਾ ਉਹ ਇੱਕ ਵਾਰੀ ਮੈਨੇਜ ਕਰਨ ਦੀ ਵੀ ਕੋਸ਼ਿਸ਼ ਹੋ ਰਹੀ ਆ। ਜਿੱਥੇ ਟੋਲ ਬੰਦ ਨੇ ਉਹਨਾਂ ਦੇ ਉੱਤੇ ਮੈਂ ਕਹਿੰਦੀ ਹਾਂ ਕਿ ਰਾਜ ਦੀਆਂ ਸਰਕਾਰਾਂ ਜਿਹੜੀਆਂ ਰਾਜਨੀਤੀ ਕਰਦੀਆਂ ਪਈਆਂ ਨੇ ਨਾ, ਕਿ ਅਸੀਂ ਟੋਲ ਬੰਦ ਕਰਾ ਦਿੱਤਾ, ਜਦੋਂ ਆਲਰੇਡੀ ਉਹਨਾਂ ਦੀਆਂ ਮਿਆਦ ਪੁੱਗੀਆਂ ਹੋਈਆਂ ਨੇ, ਤਾਂ ਉਹ ਮਿਆਦ ਪੁੱਗੀ ਤੇ ਟੋਲ ਬੰਦ ਹੋਣੇ ਹੀ ਨੇ, ਉਹਨਾਂ ਦੀ ਨੋਟੀਫਿਕੇਸ਼ਨ ਫਿਰ ਦੁਬਾਰਾ ਤੋਂ ਹੋਣੀ ਆ। ਤਾਂ ਦੇਖੋ, ਅੱਜ ਜਿਹੜਾ ਸੜਕਾਂ ਦਾ ਜਾਲ ਵੱਡਾ ਵਿਛ ਚੁੱਕਾ ਵਾ, ਇਸ ਚੀਜ਼ ਨੂੰ ਸਾਨੂੰ ਧਿਆਨ 'ਚ ਰੱਖਣ ਦੀ ਲੋੜ ਹੈ ਕਿ ਜੇਕਰ ਉਹ ਸੜਕਾਂ ਦਾ ਜਾਲ ਵਿਛਿਆ ਤਾਂ ਸਾਡੇ ਵਪਾਰ ਦੇ ਉੱਤੇ ਉਹ ਕਿੰਨਾ ਜ਼ਿਆਦਾ ਮਦਦ ਕਰੂਗਾ। ਤਾਂ ਸਾਨੂੰ ਜੇਕਰ ਉਹਨਾਂ ਨੂੰ ਰੱਖ ਰਖਾਵ ਦੇ ਲਈ ਟੋਲ ਦੇਣੇ ਵੀ ਪੈਂਦੇ ਨੇ, ਤਾਂ ਸਾਨੂੰ ਉਹਦੇ ਲਈ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਜਲੰਧਰ ਜਿਮਨੀ ਚੋਣਾਂ ਦੀ ਗੱਲ ਕਰ ਲੈਂਦੇ, 16 ਲੱਖ ਤੋਂ ਵੱਧ ਵੋਟਰ ਨੇ, ਜਿਸ ਵਿੱਚੋਂ ਕਰੀਬ 7.5 ਲੱਖ ਮਹਿਲਾਵਾਂ ਨੇ। ਮਹਿਲਾਵਾਂ ਤੱਕ ਪਹੁੰਚ ਕਿਸ ਤਰ੍ਹਾਂ ਕਰ ਰਹੇ ਹੋ? ਦੇਖੋ, ਜਿਹੜਾ ਮਹਿਲਾਵਾਂ ਦੀ ਗੱਲ ਆ ਨਾ, ਮੈਂ ਇਹ ਡਾਟਾ ਕੱਢਿਆ ਸੀਗਾ, ਜਿਹਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਉਹ 8,66,502 ਨੇ, ਜਿਹਦੇ ਵਿੱਚ ਮਰਦ ਜਿਹੜੇ ਨੇ ਉਹ 7,12,288 ਨੇ। ਤਾਂ ਇਸ ਹਿਸਾਬ ਦੇ ਨਾਲ ਜੇਕਰ ਮੈਂ ਇਹ ਦੇਖਾਂ ਕਿ ਜਨਗਣਨਾ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਵੋਟਰ, ਉਹਦੇ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਵਾ। ਇਹ ਵੀ ਇੱਕ ਮੋਦੀ ਸਰਕਾਰ ਦੇ ਸਮੇਂ ਦਾ ਇੱਕ ਗੁੱਡਵਿਲ ਹੈਗੀ ਆ ਕਿ ਅੱਜ ਔਰਤਾਂ ਦੀ ਜਿਹੜੀ ਭਰੂਣ ਹੱਤਿਆ ਪਿਛਲੇ 10 ਸਾਲਾਂ ਦੇ ਦੌਰਾਨ ਔਰਤ ਦੀ ਜਿਹੜੀ ਗਿਣਤੀ ਸੀ ਉਹ ਘਟੀ ਸੀ। ਜੇਕਰ ਮੈਂ ਇਹਨਾਂ ਅੰਕੜਿਆਂ ਦੇ ਹਿਸਾਬ ਦੇ ਨਾਲ ਜਾਵਾਂ ਤੇ ਉਹਨਾਂ ਅੰਕੜਿਆਂ ਦੇ ਹਿਸਾਬ ਦੇ ਨਾਲ ਅੱਜ ਜਿਹੜੀ ਔਰਤ ਗਿਣਤੀ ਆ ਵੋਟਰ ਦੀ ਉਹ ਬਹੁਤ ਜ਼ਿਆਦਾ, ਔਰ ਇਹ ਔਰਤਾਂ ਦੇ ਲਈ ਇੱਕ ਵਧਾਈ ਵਾਲੀ ਗੱਲ ਵੀ ਆ। ਔਰ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਕਰਕੇ, ਕਿਉਂਕਿ ਉਹਨਾਂ ਨੇ ਸਖਤੀ ਦੇ ਨਾਲ ਭਰੂਣ ਹੱਤਿਆ ਦੇ ਉੱਤੇ ਸ਼ਿਕੰਜਾ ਕੱਸਿਆ, ਤਾਂ ਜਨਗਣਨਾ ਦੇ ਵਿੱਚ ਅਗਰ ਅੱਜ ਔਰਤ ਵਾਧੇ ਦੇ ਵਿੱਚ ਆਉਂਦੀ ਆ ਤਾਂ ਮੈਨੂੰ ਲੱਗਦਾ ਹੈ ਕਿ ਮੋਦੀ ਗਵਰਨਮੈਂਟ ਨੂੰ ਜਿਹੜਾ ਵਾ ਉਹ ਵਧਾਈ ਦੇ ਪਾ। ਮਹਿਲਾ ਵੋਟਰ ਦੀ ਤੁਸੀਂ ਗੱਲ ਕਰ ਰਹੇ ਹੋ, ਤੇ ਕਿਆ ਮਹਿਲਾ ਵੋਟਰਸ ਜਿਹੜੇ ਕਿ ਇਸ ਵਾਰ
ਜਲੰਧਰ ਵਿੱਚ ਕਮਲ ਖਿਡਾਉਣ ਵਿੱਚ ਆਪਣਾ ਯੋਗਦਾਨ ਦੇਣਗੇ? ਬਿਲਕੁਲ ਮਹਿਲਾਵਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਕਿਉਂਕਿ ਮਾਈ ਸੈਲਫ ਇਜ਼ ਆਲਸੋ ਫੀਮੇਲ, ਤੁਸੀਂ ਦੇਖ ਹੀ ਰਹੇ ਹੋ ਅੱਜ ਅਸੀਂ ਜਿੰਨਾ ਗਰੋ ਕਰ ਰਹੇ ਹਾਂ ਸ਼ਾਇਦ ਅਸੀਂ ਹੋਰ ਕਿਸੇ ਸਰਕਾਰ ਦੇ ਵਿੱਚ ਇੰਨਾ ਗਰੋ ਨਹੀਂ ਕੀਤਾ, ਕਿਉਂਕਿ ਔਰਤਾਂ ਦੇ ਲਈ 33% ਦਾ ਜਿਹੜਾ ਕੋਟਾ ਵਾ। ਦੂਸਰਾ ਛੋਟੀਆਂ ਚੋਣਾਂ ਦੇ ਵਿੱਚ ਇੱਕ ਵਾਰਡ ਮਰਦ ਦੀ ਇੱਕ ਵਾਰਡ ਔਰਤ ਦੀ ਹੈ ਨਾ, ਉਹ ਜਦੋਂ ਉਹ ਔਰਤਾਂ 50% ਦੇ ਉੱਤੇ ਲੜਨਗੀਆਂ ਤਾਂ ਤੁਸੀਂ ਦੇਖੋ ਕਿ ਔਰਤਾਂ ਦਾ ਮਾਨ ਸਨਮਾਨ ਕਿੰਨਾ ਉੱਚਾ ਹੋਏਗਾ। ਤੁਸੀਂ ਦੇਖੋ ਉਦਮੀ ਖੇਤਰ ਦੇ ਵਿੱਚ ਔਰਤਾਂ ਮੋਦੀ ਸਰਕਾਰ ਦਾ ਹੀ ਪ੍ਰੋਜੈਕਟ ਆ, ਉਦਮ ਦੇ ਵਿੱਚ ਕਿੰਨੀਆਂ ਸਾਰੀਆਂ ਔਰਤਾਂ ਨੂੰ ਲੈ ਕੇ ਆਂਦਾ ਗਿਆ ਵਾ। ਹੁਣ ਇਹ ਵਾਲਾ ਕੋਈ ਫ੍ਰੀ ਵਾਲਾ ਕੰਮ ਨਹੀਂ ਆ। ਦੇਖੋ ਅਸੀਂ ਸਨਮਾਨ ਦੇ ਨਾਲ ਕੰਮ ਕਰੀਏ, ਸਨਮਾਨ ਦੇ ਨਾਲ ਅੱਗੇ ਵਧੀਏ। ਅੱਜ ਔਰਤਾਂ ਦੀ ਗਿਣਤੀ ਜਿਹੜੀ ਆ ਉਹ ਸਨਮਾਨ ਦੇ ਨਾਲ ਅੱਗੇ ਵੱਧਦੀ ਪਈ ਹੈ। ਇਹ ਮੋਦੀ ਸਰਕਾਰ ਦਾ ਸਭ ਤੋਂ ਵੱਡਾ ਉਪਰਾਲਾ ਵਾ ਜਿਹੜਾ ਕਿ ਔਰਤਾਂ ਨੂੰ ਸਮਝਣ ਦੀ ਲੋੜ ਹੈ। ਤੇ ਬਿਲਕੁਲ ਜੀ, ਇਹਨੇ ਸੁਰਿੰਦਰ ਕੰਵਲ ਜਿਹੜੇ ਕਿ ਸਟੇਟ ਮੀਡੀਆ ਇੰਚਾਰਜ ਦੇ ਨਾਲ ਸਪੋਕਸ ਪਰਸਨ ਵੀ ਨੇ ਪੰਜਾਬ ਭਾਜਪਾ ਦੇ, ਔਰ ਹਰ ਸਵਾਲ ਦਾ ਜਵਾਬ ਜਿਹੜਾ ਕਿ ਖੁੱਲੇ ਮਨ ਨਾਲ ਦਿੰਦੇ ਹੋਏ ਵਿਖਾਈ ਦੇ ਰਹੇ ਨੇ। ਔਰ ਇਹੀ ਆਖਦੇ ਵੀ ਕੇਂਦਰ ਦੀ ਮੋਦੀ ਸਰਕਾਰ ਨੇ ਸਾਰੇ ਦੇਸ਼ ਦੇ ਨਾਲ ਪੰਜਾਬ ਦਾ ਵੀ ਭਲਾ ਕੀਤਾ ਹੈ, ਔਰ ਖਾਸ ਕਰਕੇ ਮਹਿਲਾਵਾਂ ਦੇ ਉਥਾਨ ਵਾਸਤੇ ਕਈ ਸਾਰੇ ਕੰਮ ਕੀਤੇ ਨੇ। ਔਰ ਇਸ ਲਈ ਜਲੰਧਰ ਦੇ ਲੋਕ ਜਿਹੜੇ ਕਿ ਇਹਨਾਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਹੀ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ, ਜਲੰਧਰ।